ਦਾ ਅਨਮਿਊਟ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਗੁਰਨੀਤ। ਦਰਸ਼ਕੋ, ਪ੍ਰੋਗਰਾਮ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ। ਔਰਤ ਦੀ ਕਹਾਣੀ ਆਪਣੇ ਆਪ ਦੇ ਵਿੱਚ ਬਹੁਤ ਲੰਬੀ ਕਹਾਣੀ ਹੈ। ਬਹੁਤ ਸਾਰੇ ਰਾਈਟਰਸ ਨੇ, ਬਹੁਤ ਸਾਰੇ ਪੋਇਟਸ ਨੇ ਔਰਤ ਬਾਬਤ ਡਿਫਰੈਂਟ ਤਰੀਕੇ ਦੇ ਨਾਲ ਲਿਖਿਆ, ਔਰ ਫਿਰ ਵੀ ਕਿਤੇ ਨਾ ਕਿਤੇ ਲੱਗਦਾ ਕਿ ਇਹ ਜਰਨੀ ਹਾਲੇ ਤੱਕ ਅਧੂਰੀ ਹੈ, ਇਹ ਅਹਿਸਾਸ ਹਾਲੇ ਤੱਕ ਅਧੂਰੇ ਨੇ, ਕਿਉਂਕਿ ਸਰਕਮਸਟਾਂਸਿਸ ਕੁਛ ਇਸ ਤਰ੍ਹਾਂ ਦੀ ਹੁੰਦੀ ਹੈ, ਕੈਫੀਅਤ ਕੁਛ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਉਸ ਚੀਜ਼ ਨੂੰ ਸ਼ਬਦਾਂ ਦੇ ਵਿੱਚ ਡਿਸਕ੍ਰਾਈਬ ਕਰਨਾ ਮੁਸ਼ਕਿਲ ਵੀ ਹੈ। ਔਰ ਕੁਛ ਲੋਕ ਆਪਣੇ ਆਪਣੇ ਤਰੀਕੇ ਦੇ ਨਾਲ ਉਹਨਾਂ ਚੀਜ਼ਾਂ ਨੂੰ ਡਿਫਰੈਂਟ ਤਰੀਕੇ ਦੇ ਨਾਲ ਡਿਸਕ੍ਰਾਈਬ ਕਰਦੇ ਹੈ, ਅਤੇ ਜਦੋਂ ਉਹ ਚੀਜ਼ ਲੋਕ ਅਰਪਣ ਹੁੰਦੀ ਹੈ ਤਾਂ ਕਿਤੇ ਬਹੁਤ ਜ਼ਿਆਦਾ ਲੋਕ ਉਸ ਨੂੰ ਪਿਆਰ ਵੀ ਕਰਦੇ ਹੈ, ਕਿਤੇ ਲੋਕ ਬਹੁਤ ਜ਼ਿਆਦਾ ਉਸ ਨੂੰ ਕ੍ਰਿਟੀਸਾਈਜ਼ ਵੀ ਕਰਦੇ ਹੈ। ਖੈਰ, ਅੱਜ ਤੁਹਾਡੀ ਮੁਲਾਕਾਤ ਇੱਕ ਬਹੁਤ ਹੀ ਖੂਬਸੂਰਤ ਸ਼ਖਸੀਅਤ ਦੇ ਨਾਲ ਮੈਂ ਕਰਾਉਣ ਜਾ ਰਹੀ ਹਾਂ। ਵੈਸੇ ਵੀ ਬਹੁਤ ਬਿਊਟੀਫੁਲ ਨੇ ਔਰ ਬਹੁਤ ਸੋਹਣਾ ਬੋਲਦੇ ਨੇ। ਡਾਕਟਰ ਰਵਿੰਦਰ ਕੌਰ ਅੱਜ ਮੇਰੇ ਨਾਲ ਨੇ। ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ। ਥੈਂਕ ਯੂ ਸੋ ਮਚ ਮੈਨੂੰ ਇਸ ਪ੍ਰੋਗਰਾਮ 'ਚ ਇਨਵਾਈਟ ਕਰਨ ਲਈ। ਜੀ, ਤੁਹਾਨੂੰ ਦੱਸ ਦਈਏ ਦਰਸ਼ਕੋ ਕਿ ਡਾਕਟਰ ਰਵਿੰਦਰ ਕੌਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਐਜ਼ ਐਨ ਅਸਿਸਟੈਂਟ ਪ੍ਰੋਫੈਸਰ। ਇਹਨਾਂ ਨੇ ਆਪਣੀ ਐਮਫਿਲ ਫੈਮਿਨਿਜ਼ਮ 'ਤੇ ਕੀਤੀ ਔਰ PhD ਦਾ ਟੌਪਿਕ ਦਲਿਤ ਲੋਕਾਂ ਉੱਤੇ ਇਹਨਾਂ ਨੇ ਕਾਫੀ ਜ਼ਿਆਦਾ ਰਿਸਰਚ ਕੀਤੀ। ਸੋ ਦੋਵੇਂ ਜਿਹੜੇ ਸਬਜੈਕਟਸ ਨੇ ਉਹਨਾਂ ਉੱਤੇ ਇਹਨਾਂ ਦੀ ਪਕੜ ਬਹੁਤ ਜ਼ਿਆਦਾ ਹੈ। ਸੋ ਯਕੀਨਨ ਗੱਲਬਾਤ ਦਾ ਮੌਜ਼ੂ ਵੀ ਕੁਛ ਇਸੇ ਤਰ੍ਹਾਂ ਦਾ ਰਹੇਗਾ। ਇੱਕ ਵਾਰੀ ਫਿਰ ਤੋਂ ਹਾਰਦਿਕ ਸਵਾਗਤ ਕਰਦੇ ਹਾਂ ਪ੍ਰੋਗਰਾਮ ਵਿੱਚ। ਥੈਂਕ ਯੂ ਸੋ ਮਚ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਹਾਡੀ ਫੈਮਿਨਿਜ਼ਮ 'ਤੇ ਸਟੱਡੀ ਹੈ, ਮੈਂ ਸਿੱਧਾ ਕੁਐਸਚਨ ਇਹੀ ਕਰਾਂਗੀ, ਫੈਮਿਨਿਜ਼ਮ ਤੁਹਾਡੀ ਨਜ਼ਰ ਦੇ ਵਿੱਚ ਕੀ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਕੱਲ੍ਹ ਆਪਾਂ ਇਹਨੂੰ ਫੈਮਿਨਿਜ਼ਮ ਨਹੀਂ, ਫੈਮਿਨਿਜ਼ਮਸ ਕਹਿੰਦੇ ਹਾਂ, ਕਿਉਂਕਿ ਜਦੋਂ ਇਹ ਥਿਊਰੀ ਜਾਂ ਇਸ ਆਈਡੀਆ ਦਾ ਜਨਮ ਹੋਇਆ ਤਾਂ ਯੂਜੂਲੀ ਇਹ ਕਹਿ ਦਿੱਤਾ ਗਿਆ ਕਿ ਇਹ ਤਾਂ ਸਿਰਫ ਇੱਕ ਜਿਹੜੀਆਂ ਵਾਈਟ ਵੂਮੈਨ ਹੈ ਨਾ, ਉਹਨਾਂ ਦੀ ਆਜ਼ਾਦੀ ਦਾ ਹੀ ਕਨਸੈਪਟ ਹੈ ਜਾਂ ਉਹਨਾਂ ਦੇ ਰਾਈਟਸ ਦੀ ਹੀ ਗੱਲ ਹੁੰਦੀ ਹੈ ਜੀ, ਹੈ ਨਾ। ਤਾਂ ਲੇਟਰ ਕੀ ਹੋਇਆ ਕਿ ਆਪਾਂ ਬਲੈਕ ਵੂਮੈਨ ਦੀ ਵੀ ਗੱਲ ਕਰਨ ਲੱਗੇ। ਉਹ ਕਹਿੰਦੇ ਕਿ ਸਾਡੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਵੱਖਰੀਆਂ ਵਾਈਟ ਵੂਮੈਨ ਤੋਂ, ਜਾਂ ਜੋ ਵੈਸਟਰਨ ਅਰਬਨ ਜੋ ਔਰਤਾਂ ਨੇ, ਹੈ ਨਾ। ਅਤੇ ਬਲੈਕ ਵੂਮੈਨ ਦੀਆਂ ਪ੍ਰੋਬਲਮਸ ਡਿਫਰੈਂਟ ਨੇ। ਸਿਮਿਲਰਲੀ ਇੰਡੀਅਨ ਵੂਮੈਨ ਜੋ ਹੋ ਗਈਆਂ, ਔਰ ਇੰਡੀਅਨ ਦੇ ਵਿੱਚ ਵੀ ਦਲਿਤ ਵੂਮੈਨ ਹੋ ਗਈਆਂ ਜਾਂ ਪੂਅਰ ਵੂਮੈਨ ਹੋ ਗਈਆਂ, ਸਭ ਦੇ ਅਲੱਗ ਤਰ੍ਹਾਂ ਦੀਆਂ ਪ੍ਰੋਬਲਮਸ ਨੇ। ਇਸ ਕਰਕੇ ਹੁਣ ਅਸੀਂ ਇਹਨੂੰ ਫੈਮਿਨਿਜ਼ਮ ਕਹਿੰਦੇ ਹਾਂ। ਜੀ, ਮੇਰਾ ਅਗਲਾ ਸਵਾਲ ਯਕੀਨਨ ਇਹੀ ਹੈ ਕਿ ਜਦੋਂ ਫੈਮਿਨਿਜ਼ਮ ਦੀ ਗੱਲ ਕੀਤੀ ਜਾਂਦੀ ਹੈ ਅਤੇ ਇਟ ਵੇਰੀਜ਼ ਫਰੋਮ ਕਲਚਰ ਟੂ ਕਲਚਰ, ਟ੍ਰਡੀਸ਼ਨ ਟੂ ਟ੍ਰਡੀਸ਼ਨ, ਜੋਗ੍ਰਾਫੀਕਲ ਡਿਫਰੈਂਸਿਸ ਬਹੁਤ ਜ਼ਿਆਦਾ ਹੋਣ ਕਰਕੇ ਉਸ ਇਲਾਕੇ ਦੀ ਜੇ ਗੱਲ ਕਰੀਏ, ਜਾਂ ਸਾਊਥ ਅਫਰੀਕਾ ਦੀ ਜਿਵੇਂ ਤੁਸੀਂ ਬਲੈਕ ਵੂਮੈਨ ਦੀ ਗੱਲ ਕੀਤੀ, ਉਹਨਾਂ ਦੀ ਪ੍ਰੋਬਲਮਸ ਹੋਰ ਹੋਣਗੀਆਂ। ਸਾਡੇ ਕਲਚਰ ਟ੍ਰਡੀਸ਼ਨਸ ਵੱਖਰੇ ਨੇ, ਸਾਡਾ ਆਬੋ ਹਵਾ ਵੱਖਰਾ ਹੈ, ਤਾਂ ਸਾਡੀ ਪ੍ਰੋਬਲਮਸ ਹੋਰ ਹੋਣਗੀਆਂ। ਜਦੋਂ ਤੁਸੀਂ ਸਟੱਡੀ ਕਰ ਰਹੇ ਸੀ ਤਾਂ ਵਾਟ ਯੂ ਐਗਜ਼ੈਕਟਲੀ ਫਾਊਂਡ, ਤੁਸੀਂ ਕੀ ਰਿਸਰਚ ਕੀਤਾ? ਐਕਚੁਅਲੀ ਮੇਰੀ ਜੋ ਰਿਸਰਚ ਸੀ ਉਹ ਤਾਂ ਆਫਕੋਰਸ ਇੱਕ ਨਾਵਲ 'ਤੇ ਬੇਸਡ ਸੀ। ਜਾਰਜ ਐਲੀਅਟ ਦਾ ਨਾਵਲ ਸੀ ਮੇਲ ਔਨ ਦੀ ਫਲੌਸ। ਐਂਡ ਅਗੈਨ ਉਹਦੇ ਵਿੱਚ ਕੀ ਆ, ਇੱਕ ਵਾਈਟ ਔਰਤ ਹੈ ਜੋ ਕਿ ਇੰਗਲੈਂਡ ਦੀ ਹੈ, ਉਹਦੀ ਕਹਾਣੀ ਹੈ। ਅਤੇ ਉਹਦੇ ਵਿੱਚ ਮੈਂ ਇਹ ਸਟੱਡੀ ਕੀਤਾ ਕਿ ਕਿੱਦਾਂ ਜਿਹੜੇ ਜੈਂਡਰ ਰੋਲਸ ਨੇ, gender is a cultural construct basically. This is a concept given by a French feminist Simone de Beauvoir, ਹੈ ਨਾ। ਤਾਂ ਉਹਦੇ ਵਿੱਚ ਇਹ ਦਿਖਾਇਆ ਜਾਂਦਾ ਹੈ ਕਿ ਉਹ ਜਿਹੜੀ ਪ੍ਰੋਟੈਗਨਿਸਟ ਹੈ ਮੈਗੀ ਟੋਲੀਵਰ, ਔਰ ਉਹਦਾ ਬ੍ਰਦਰ ਹੈ ਜੋ ਟੌਮ ਟੋਲੀਵਰ, ਕਿ ਉਹਨਾਂ ਦੋਨਾਂ ਦੀ ਅਪਬ੍ਰਿੰਗਿੰਗ ਕਿਸ ਤਰ੍ਹਾਂ ਵੱਖਰੀ ਹੈ ਐਜ਼ ਏ ਮੇਲ ਐਂਡ ਫੀਮੇਲ, ਹੈ ਨਾ। ਦੋਨੋਂ ਬੱਚੇ ਆ, ਉਹ ਸੇਮ ਫੈਮਿਲੀ 'ਚ ਉਹਨਾਂ ਦੀ ਅਪਬ੍ਰਿੰਗਿੰਗ ਹੋ ਰਹੀ ਹੈ, ਤਾਂ ਪਰ ਦੋਨਾਂ ਦੀ ਟਰੀਟਮੈਂਟ ਵੱਖਰੀ ਹੈ। ਮਤਲਬ ਬਚਪਨ ਤੋਂ ਹੀ ਕਿੱਦਾਂ ਦੋਨਾਂ ਨੂੰ ਅਲੱਗ ਤਰੀਕੇ ਨਾਲ ਕੰਡੀਸ਼ਨਿੰਗ ਕੀਤਾ ਜਾਂਦਾ ਹੈ ਤਾਂ ਕਿ ਉਹ ਪਰਟੀਕੂਲਰ ਤਰੀਕੇ ਦੇ ਜੈਂਡਰ ਰੋਲਸ ਨੂੰ ਅਡੋਪਟ ਕਰ ਪਾਉਣ ਔਰ ਉਸੇ ਤਰ੍ਹਾਂ ਬਿਹੇਵ ਕਰ ਸਕਣ, ਰਿਐਕਟ ਕਰ ਸਕਣ। ਹਾਂ, ਔਰ ਮੈਗੀ ਇਜ਼ ਲਿਟਲ ਡਾਰਕ ਕੰਪਲੈਕਸ਼ਨ ਗਰਲ, ਥੋੜੀ ਸਾਂਵਲੀ ਹੈ ਨਾ। ਇਸ ਕਰਕੇ ਉਹਨੂੰ ਜੱਜ ਕੀਤਾ ਜਾਂਦਾ ਹੈ, ਕਿਉਂਕਿ ਜਿਹੜੀ ਵਾਈਟ ਵੈਸਟਰਨ ਸੁਸਾਇਟੀ ਹੈ ਨਾ, ਉਹਦੇ ਵਿੱਚ ਆਈਡੀਆ ਆਫ ਬਿਊਟੀ ਕੀ ਆ ਕਿ ਫੇਅਰ ਕੰਪਲੈਕਸ਼ਨ ਵੂਮਨ ਹੈਵਿੰਗ ਬਲੂ ਆਈਜ਼ ਐਂਡ ਪਿੰਕ ਲਿਪਸ ਐਂਡ ਬਲੌਂਡ ਹੈਅਰ। ਇਸੇ ਕਰਕੇ ਜਦੋਂ ਟਰਾਂਸਜੈਂਡਰਸ ਉੱਤੇ ਅਸੀਂ ਅਕਸਰ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਸੋਸਾਇਟੀ ਦੇ ਨਾਲ ਹਰਖ ਜਾਂ ਗੁੱਸਾ ਇਹੀ ਰਹਿੰਦਾ ਹੈ ਕਿ ਜੋ ਅਸੀਂ ਅੰਦਰੋਂ ਫੀਲ ਕਰਦੇ ਹਾਂ ਸਾਨੂੰ ਉੱਦਾਂ ਕਿਉਂ ਬਿਹੇਵ ਨਹੀਂ ਕਰਨ ਦਿੱਤਾ ਜਾ ਰਿਹਾ, ਕਿਉਂਕਿ ਸਾਡੀ ਸੋਸਾਇਟੀ ਦੇ ਵਿੱਚ ਪਰਟੀਕੂਲਰ ਰੂਲਸ ਔਰ ਨੋਰਮਸ ਬਣੇ ਹੋਏ ਹੈ ਵੀ ਅਗਰ ਤੁਸੀਂ ਲੜਕੇ ਦੀ ਤਰ੍ਹਾਂ ਪੈਦਾ ਹੋਏ ਹੋ ਤਾਂ ਤੁਸੀਂ ਲੜਕੇ ਦੀ ਤਰ੍ਹਾਂ ਨਹੀਂ ਤੁਰ ਸਕਦੇ, ਤੁਸੀਂ ਚੱਲ ਨਹੀਂ ਸਕਦੇ, ਤੁਸੀਂ ਉਸ ਤਰ੍ਹਾਂ ਸ਼ਿੰਗਾਰ ਨਹੀਂ ਕਰ ਸਕਦੇ। ਇਸੇ ਕਰਕੇ ਉਹ ਲੋਕ ਬਾਗੀ ਹੋ ਜਾਂਦੇ ਹੈ ਤੇ ਇੱਕ ਵੱਖਰਾ ਜਿਹੜਾ ਡੇਰਾਵਾਦ ਹੈ ਉਹ ਅਪਣਾ ਲੈਂਦੇ ਹੈ। ਕੀ ਸਮਝਦੇ ਹੋ? ਅੱਛਾ, ਇਹ ਤਾਂ ਦੋਨੋਂ ਨਾ ਬਿਲਕੁਲ ਡਿਫਰੈਂਟ ਤਰ੍ਹਾਂ ਦੇ ਡਿਸਕੋਰਸਿਸ ਨੇ। ਟਰਾਂਸਜੈਂਡਰ ਦਾ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੋਊਗਾ, ਇਸ ਟੌਪਿਕ 'ਤੇ ਵੀ ਬਹੁਤ ਅਲੱਗ ਤਰੀਕੇ ਤੋਂ ਰਿਸਰਚ ਹੋ ਰਹੀ ਹੈ ਨਾ। ਆਪਾਂ ਫੈਮਿਨਿਜ਼ਮ ਨੂੰ ਔਰ ਇਹਨੂੰ ਕਹਿੰਦੇ ਹਾਂ LGBTQ, ਲੈਸਬੀਅਨ, ਗੇ, ਟਰਾਂਸਜੈਂਡਰ ਐਂਡ ਕੁਅਰ।
ਉਹ ਇੱਕ ਅਲੱਗ ਡਿਸਕੋਰਸ ਹੈ, ਉਹਦੇ ਵਿੱਚ ਤਾਂ ਮੈਂ ਹਲੇ ਨਹੀਂ ਕਮੈਂਟ ਕਰੂੰਗੀ, ਪਰ ਇਹੀ ਗੱਲ ਹੈਗੀ ਆ ਅਗੇਨ ਇਹ ਗੱਲ ਨੂੰ ਹੀ ਵੱਡਾ ਕੀਤਾ ਕਿ ਸਾਡੀ ਸੁਸਾਇਟੀ ਸਾਨੂੰ ਉਸ ਤਰ੍ਹਾਂ ਕਰਨ ਦੇ ਲਈ ਮਜਬੂਰ ਕਰਦੀ ਹੈ। ਬਿਲਕੁਲ। ਜਿਸ ਤਰ੍ਹਾਂ ਤੁਸੀਂ ਦਲਿਤ ਉੱਤੇ ਕਾਫੀ ਕੰਮ ਕੀਤਾ, ਦਲਿਤ ਵਿਮਨ ਤੇ ਤੁਹਾਡੀ ਕੀ ਸਟੱਡੀ ਰਹੀ, ਕੀ ਕੁਝ ਦੇਖਿਆ ਸੁਸਾਇਟੀ 'ਚ ਵਿਚਰਦੇ ਆ? ਦੇਖੋ ਦਲਿਤਾਂ ਦੀ ਗੱਲ ਕਰਦੇ ਆ ਤਾਂ ਸਪੈਸੀਫਿਕਲੀ ਮਤਲਬ ਮੈਂ ਜਿਹੜੇ ਬਲੌਗਸ ਦੀ ਸਟੱਡੀ ਕੀਤੀ ਸੀ ਜਿਹੜੇ ਦਲਿਤਾਂ ਦੁਆਰਾ ਲਿਖੇ ਗਏ ਆ ਜੀ। ਤੇ ਮੈਂ ਕੁਝ 100 ਬਲੌਗ ਸਿਲੈਕਟ ਕੀਤੇ ਸੀਗੇ ਔਰ ਉਹਦੇ ਬੇਸਿਸ ਤੇ ਆਈ ਮੇਡ ਮਾਈ ਆਬਜ਼ਰਵੇਸ਼ਨਸ। ਔਰ ਉਹਦੇ ਵਿੱਚ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਜਿਹੜੀਆਂ ਦਲਿਤ ਔਰਤਾਂ ਨੇ ਉਹਨਾਂ ਦੇ ਬਲੌਗਸ ਬੜੇ ਘੱਟ ਹੈ ਨਾ। ਔਰ ਉੱਦਾਂ ਵੀ ਅਗਰ ਆਪਾਂ ਪੰਜਾਬ, ਕਿਉਂਕਿ ਆਪਾਂ ਪੰਜਾਬ 'ਚ ਗੱਲ ਕਰ ਰਹੇ ਹਾਂ, ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ, ਤਾਂ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਹਾਲੇ ਤੱਕ ਇੱਕ ਵੀ ਦਲਿਤ ਵੂਮਨ ਰਾਈਟਰ ਦੀ ਕੋਈ ਆਪਣੇ ਸਾਹਮਣੇ ਕੋਈ ਬੁੱਕ ਜਾਂ ਕੁਛ ਇਦਾਂ ਦੀ ਚੀਜ਼ ਨਹੀਂ ਆਈ ਹੈਗੀ ਹੈ। ਹਾਂ ਤੇ ਦਲਿਤ ਆਟੋਬਾਇਓਗ੍ਰਾਫੀਜ਼ ਜਿੰਨੀਆਂ ਵੀ ਆਪਣੇ ਕੋਲ ਆਈਆਂ ਉਹ ਮੇਲ ਆਥਰਸ ਦੀਆਂ, ਜਾਂ ਪੋਇਟਰੀ ਵੀ ਦੇਖ ਲਓ ਤੁਸੀਂ ਜਾਂ ਸਟੋਰੀਜ਼ ਦੇਖ ਲਓ। So we are still waiting for any Dalit woman to come up and write something. ਉਹ ਆਪਣੇ ਆਪ 'ਚ ਇੱਕ ਕਹਾਣੀ ਇਹ ਬਿਆਨ ਕਰਦਾ ਹੈ ਕਿ ਜਿਹੜੀਆਂ ਦਲਿਤ ਔਰਤਾਂ ਹੈਗੀਆਂ ਉਹਨਾਂ ਦੀ ਵੀ ਜਿਹੜੀਆਂ ਮੁਸ਼ਕਿਲਾਂ ਹੈਗੀਆਂ ਹੈ ਨਾ, ਉਹਨਾਂ ਨੂੰ ਆਪਾਂ ਕਹਿੰਦੇ ਕਿ they are doubly marginalized, ਇੱਕ ਤਾਂ as women ਔਰ ਉਤਾਂ as ਦਲਿਤ women ਹੈ ਨਾ, ਕਿ ਇੱਕ ਤਾਂ ਸੁਸਾਇਟੀ ਦਾ ਉਹਨਾਂ ਨੂੰ ਉਹ ਸਹਿਣਾ ਪੈਂਦਾ ਹਿਊਮਿਲੇਸ਼ਨ ਦਲਿਤ ਹੋਣ ਕਾਰਨ, ਉੱਤੋਂ ਆਪਣੇ ਹਸਬੈਂਡ ਦੀ ਵੀ ਉਹ ਆਪਾਂ ਉਹਨੂੰ ਜੇ ਇਦਾਂ ਕਹੀਏ ਕਿ ਜਿਹੜੀ ਮਾਰ ਸਹਿੰਦੀਆਂ ਜਾਂ ਉਹਨਾਂ ਦੀ ਧੱਕੇਸ਼ਾਹੀ ਸਹਿੰਦੀਆਂ ਹੈਗੀਆਂ ਹੈ ਨਾ, ਤਾਂ ਉਹਨੂੰ ਆਪਾਂ ਕਹਿੰਦੇ ਕਿ ਡਬਲੀ ਮਾਰਜਨਲਾਈਜ਼ ਆ ਜਿਹੜੀਆਂ ਦਲਿਤ ਵੂਮਨ ਹੈ। ਇਸ ਕਰਕੇ ਉਹਨਾਂ ਦੇ ਮਸਲਿਆਂ ਤੇ ਵੀ ਗੱਲ ਹੋਣੀ ਚਾਹੀਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਸਮਾਜ ਦੇ ਵਿੱਚ ਜਦੋਂ ਅਸੀਂ ਬਹੁਤ ਜ਼ਿਆਦਾ ਅੱਗੇ ਵੱਧ ਚੁੱਕੇ ਹਾਂ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸਾਰੇ ਲੋਕ ਆਪਣੇ ਆਪਣੇ ਹੱਕਾਂ ਨੂੰ ਲੈ ਕੇ ਕਾਫੀ ਹੱਦ ਤੱਕ ਸੁਚੇਤ ਨੇ, ਤਾਂ ਹਾਲੇ ਵੀ ਉਹ ਸਿਨੈਰੀਓ ਹੈ ਘਰਾਂ ਦੇ ਵਿੱਚ ਔਰਤਾਂ ਦਾ ਜਾਂ ਖਾਸ ਕਰ ਦਲਿਤ ਔਰਤਾਂ ਦਾ ਕਿ ਉਹਨਾਂ ਨੂੰ ਘਰੇਲੂ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ, ਜਾਂ ਉਹਨਾਂ ਨੂੰ ਹਾਲੇ ਵੀ ਬਾਹਰ ਨਿਕਲ ਕੇ ਉਸ ਕਦਰ ਕੰਮ ਕਰਨ ਦੀ ਆਜ਼ਾਦੀ ਨਹੀਂ ਹੈ? ਹਾਂ ਬਿਲਕੁਲ, ਦੇਖੋ ਡਿਫਰੈਂਸ ਤਾਂ ਹੈ ਹੈ ਨਾ, ਕਿ ਜਿਹੜੀਆਂ ਹੁਣ ਪੰਜਾਬ ਦੇ 'ਚ ਉਹਦਾ ਸਿਨੈਰੀਓ ਆਪਾਂ ਦੇਖੀਏ ਤਾਂ ਆਪਾਂ ਨੂੰ ਇੱਦਾਂ ਲੱਗਦਾ ਕਿ ਡਿਸਕ੍ਰਿਮੀਨੇਸ਼ਨ ਉਸ ਲੈਵਲ ਦਾ ਨਹੀਂ ਹੈ, ਕਾਸਟ ਬੇਸਡ ਵੀ ਔਰ ਜੈਂਡਰ ਬੇਸਡ ਵੀ। ਇੱਕ ਬਾਹਰ ਜਿਹੜਾ ਆਊਟਸਾਈਡ ਵਰਲਡ ਦੇ ਸਾਹਮਣੇ ਇਹ ਪਰਸੈਪਸ਼ਨ ਬਣੀ ਹੈ ਕਿ देयर इज नो ਕਾਸਟਿਜ਼ਮ ਇਨ ਪੰਜਾਬ। ਦ ਅਦਰ ਡੇ ਮੈਨੂੰ ਕਿਸੇ ਹੋਰ ਇੰਟਰਵਿਊ ਦੇ ਵਿੱਚ ਮੈਨੂੰ ਇਹ ਸਵਾਲ ਪੁੱਛਿਆ ਗਿਆ, देयर वाज ਸਮਬਡੀ ਫਰਮ ਬੰਬੇ, ਔਰ ਉਹ ਕਹਿ ਰਹੇ ਕਿ ਸਾਡੇ ਕੋਲ ਯੂਜੂਅਲੀ ਇਹੀ ਸੁਣਨ ਨੂੰ ਹੁੰਦਾ ਕਿ ਪੰਜਾਬ 'ਚ ਕੋਈ ਕਾਸਟਿਜ਼ਮ ਨਹੀਂ ਹੈ। ਤੇ ਮੈਂ ਕਿਹਾ ਕਿ ਇਹ ਜਿਹੜੀ ਪਪੂਲਰ ਪਰਸੈਪਸ਼ਨ ਹੈ ਕਿਹਨੇ ਬਣਾਈ ਹੈ? ਮੀਡੀਆ ਨੇ, ਆਪਣੇ ਲਿਟਰੇਚਰ ਨੇ, ਜਾਂ ਇਵਨ ਬਾਲੀਵੁੱਡ ਮੂਵੀਜ਼ 'ਚ ਵੀ ਤੁਸੀਂ ਦੇਖਦੇ ਹੋ ਹੈ ਨਾ, ਇਟ ਇਜ਼ ਆਲ ਅਬਾਊਟ ਜੱਟਸ। ਤੇ ਬਾਹਰਲੇ ਜਿਹੜੇ ਲੋਕ ਹੈ ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਨਾ ਇੱਕ ਬੜਾ ਪ੍ਰੋਸਪਰਸ, ਇੱਕ ਖੁਸ਼ਹਾਲ, ਤੇ ਉੱਥੇ ਤੁਸੀਂ ਬਸ ਕਣਕਾਂ ਦੇ ਵਿੱਚ ਕਈ ਗਾਣੇ ਗਾ ਰਹੇ ਹੋ ਤੇ ਉਹ ਇਟ ਇਜ਼ ਆਲ ਅਬਾਊਟ ਜੱਟਸ ਹੈ ਨਾ। ਤੇ ਉਸ ਤੁਸੀਂ ਬਾਲੀਵੁੱਡ ਮੂਵੀ 'ਚ ਦੇਖ ਲਓ ਜਾਂ ਆਪਣੀਆਂ ਪੰਜਾਬੀ ਮੂਵੀਜ਼ 'ਚ ਦੇਖ ਲਓ, ਕਦੇ ਤੁਹਾਨੂੰ ਕੋਈ ਦਲਿਤ ਕੈਰੈਕਟਰ ਦਿਖਿਆ ਹੈ ਨਾ? ਕਦੇ ਤੁਹਾਨੂੰ ਕੋਈ ਸ਼ਡਿਊਲ ਕਾਸਟ ਕੈਰੈਕਟਰ ਦਿਖਿਆ ਹੋਵੇ, ਜਾਂ ਉਹਦੀ ਜਿਹੜੀ ਐਂਗਜ਼ਾਇਟੀ ਹੈ ਜਾਂ ਉਹਦੀਆਂ ਜਿਹੜੀਆਂ ਪ੍ਰੋਬਲਮਸ ਹੈ ਕਿਤੇ ਹਾਈਲਾਈਟ ਹੋਈਆਂ ਹੋਣ, ਤਾਂ ਇੱਕ ਪਰਸੈਪਸ਼ਨ ਬਣੀ ਹੋਈ ਹੈ ਨਾ, ਤਾਂ ਉਹ ਤਾਂ ਇੱਕ ਚੀਜ਼ ਹੈ। ਉਸ ਤੋਂ ਬਾਅਦ ਆਪਾਂ ਦਲਿਤ ਔਰਤਾਂ ਦੀ ਜਦੋਂ ਗੱਲ ਕਰਦੇ, ਮੈਨੂੰ ਲੱਗਦਾ ਕਿ ਉਹਨਾਂ ਨੂੰ ਹਲੇ ਬਹੁਤ ਟਾਈਮ ਲੱਗਣਾ ਉਸ ਚੀਜ਼ ਤੋਂ। ਫਾਈਨੈਂਸ਼ੀਅਲ ਰਿਸਟ੍ਰਿਕਸ਼ਨਸ ਤਾਂ ਆਫ ਕੋਰਸ ਹੈਗੀਆਂ ਹੀ ਆ, ਉਹਨਾਂ ਕੋਲ ਇੰਨੇ ਰਿਸੋਰਸਿਸ ਨਹੀਂ ਹੈਗੇ ਕਿ ਉਸ ਤਰ੍ਹਾਂ ਦੀ ਐਜੂਕੇਸ਼ਨ ਲੈ ਸਕਣ, ਔਰ ਜਿਹੜੀਆਂ ਲੈ ਵੀ ਲੈਂਦੀਆਂ ਅਗੇਨ ਉਹਨਾਂ ਨੂੰ ਹੋਰ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਪੈਟਰੀਆਰਕੀ ਦੀ ਵਜ੍ਹਾ ਦੇ ਨਾਲ ਸਹਿਣੀਆਂ ਪੈਂਦੀਆਂ। ਤੇ ਮੈਨੂੰ ਲੱਗਦਾ ਕਿ ਇਹ ਇੱਕ ਰੀਜ਼ਨ ਹੈ ਕਿ ਉਹ ਇੰਨਾ ਜ਼ਿਆਦਾ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਪਾ ਰਹੀਆਂ ਜਾਂ ਉਸ ਲੈਵਲ ਤੇ ਪਹੁੰਚ ਨਹੀਂ ਪਾ ਰਹੀਆਂ ਜਿੱਥੇ ਤੱਕ ਉਹਨਾਂ ਨੂੰ ਪਹੁੰਚਣਾ ਚਾਹੀਦਾ ਹੈ। ਤੁਹਾਡੀ ਗੱਲ ਤੋਂ ਕੀ ਅਸੀਂ ਇਹ ਅਪੀਲ ਸਮਝੀਏ ਪੰਜਾਬੀ ਮੀਡੀਆ ਨੂੰ ਜਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਕਿ ਜਿਸ ਤਰ੍ਹਾਂ ਦੂਰਦਰਸ਼ਨ ਨੇ ਕਿਸੇ ਜ਼ਮਾਨੇ ਮੁਨਸ਼ੀ ਪ੍ਰੇਮ ਚੰਦ ਜਾਂ ਉਹਨਾਂ ਲੋਕਾਂ ਦੀ ਜਾਂ 2 ਬਿਘਾ ਜ਼ਮੀਨ ਵਰਗੀਆਂ ਫਿਲਮਸ ਬਣਾ ਕੇ ਦਲਿਤਾਂ ਦੀ ਜਾਂ ਗਰੀਬ ਵਰਗ ਦੀ ਸਮੱਸਿਆਵਾਂ ਨੂੰ ਉਭਾਰਿਆ ਸੀ, ਤੇ ਸਾਨੂੰ ਵੀ ਉਸ ਕਦਰ ਕਰਨਾ ਚਾਹੀਦਾ ਹੈ। ਖੈਰ, ਮੇਰਾ ਅਗਲਾ ਸਵਾਲ ਬਿਲਕੁਲ ਸਟੀਕ ਹੈ, ਔਰ ਉਹ ਇਹ ਕਿ ਪਿਛਲੇ ਕੁਝ ਸਮੇਂ ਤੋਂ ਦਲਿਤ ਵਰਡ ਜਿਹੜਾ ਪੰਜਾਬੀ ਮੀਡੀਆ ਦੇ ਵਿੱਚ ਕਾਫੀ ਯੂਜ਼ ਕੀਤਾ ਗਿਆ, ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ ਜਦੋਂ ਸੀਐਮ ਬਣਾਇਆ ਗਿਆ ਤੇ ਦਲਿਤ ਸੀਐਮ, ਤਾਂ ਜਿਹੜੀ ਤੁਸੀਂ ਗੱਲ ਕਹੀ ਕਿ ਲੋਕਾਂ ਨੇ ਇੱਕ ਪਰਸੈਪਸ਼ਨ ਬਣਾ ਰੱਖੀ ਹੈ, ਇੱਕ ਧਾਰਨਾ ਬਣਾ ਰੱਖੀ ਹੈ ਕਿ ਪੰਜਾਬ ਦੇ ਵਿੱਚ ਕਾਸਟਿਜ਼ਮ ਨਹੀਂ ਹੈ। ਸੋ ਮੈਨੂੰ ਵੀ ਇਹੀ ਚੀਜ਼ ਸੁਣਨ ਨੂੰ ਆਈ ਸੀ, ਮੈਨੂੰ ਕਿਸੇ ਦਾ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ पगड़ी वाले भी क्या दलित हो सकते हैं? मतलब हमने तो सुना था कि जो सिख होते हैं उनमें दलित नहीं होते हैं। सो लोगों की एक मिली जुली परसैप्शन है, पर कि एक इन्ना को सही है कि दलित सीएम वार-वार कहना, हालांकि इस चीज़ ਨੂੰ ਬਾਅਦ ਚੋਂ ਸੁਪਰੀਮ ਕੋਰਟ ਵੱਲੋਂ ਬੈਨ ਵੀ ਕਰ ਦਿੱਤਾ ਗਿਆ।
ਬਿਲਕੁਲ। ਇਹ ਮੇਰਾ ਹਮੇਸ਼ਾ ਆਰਗੂਮੈਂਟ ਰਹਿੰਦਾ ਹੈ ਕਿ ਜਦੋਂ ਵੀ ਪ੍ਰੋਗਰੈਸਿਵ ਰਾਈਟਰਸ ਜੀ। ਜਾਂ ਮੈਂ ਕਹੂੰਗੀ ਮਾਰਕਸਿਸਟ ਪ੍ਰੋਗਰੈਸਿਵ ਰਾਈਟਰਸ ਗੱਲ ਕਰਦੇ ਆ ਦਲਿਤਾਂ ਦੀ, ਤਾਂ ਉਹ ਹਮੇਸ਼ਾ ਜਿਹੜਾ ਕਲਾਸ ਦਾ ਕਨਸੈਪਟ ਹੈ ਉਹਨੂੰ ਉੱਪਰ ਰੱਖਦੇ ਆ ਕਾਸਟ ਦੇ ਕਨਸੈਪਟ ਤੋਂ, ਹੈ ਨਾ। ਤੇ ਉਹਨਾਂ ਨੇ ਆਈ ਵੁੱਡ ਸੇ ਦੇ ਹੈਵ ਡਨ ਗ੍ਰੇਟ ਡਿਸਸਰਵਿਸ ਟੂ ਦ ਕਮਿਊਨਿਟੀ ਬਾਈ ਡੂਇੰਗ ਇਟ, ਕਿਉਂਕਿ ਤੁਸੀਂ ਆਪਣੀ ਕਲਾਸ ਚੇਂਜ ਕਰ ਸਕਦੇ ਹੋ ਜੀ, ਪਰ ਕਾਸਟ ਕਦੇ ਨਹੀਂ। ਤੁਸੀਂ ਕਿਸੇ ਵੀ ਪੋਜੀਸ਼ਨ ਤੇ ਪਹੁੰਚਦੇ ਹੋ, ਐਟ ਦ ਐਂਡ ਆਫ ਦ ਡੇ ਤੁਹਾਨੂੰ ਉਹਦੀ ਕਾਸਟ ਦੇ ਨਾਲ ਟੈਗ ਕੀਤਾ ਜਾਂਦਾ, ਔਰ ਕਿਤੇ ਨਾ ਕਿਤੇ ਉਹਨੂੰ ਟੈਗ ਕਰਨਾ ਵੀ ਕੋਈ ਗੱਲ ਨਹੀਂ, ਆਪਾਂ ਜੇ ਜੱਟ ਸੀਐਮ ਕਹਿ ਦਾਂਗੇ ਤਾਂ ਉਹ ਕੋਈ ਹਿਊਮਿਲੇਸ਼ਨ ਵਾਲੀ ਗੱਲ ਨਹੀਂ ਹੁੰਦੀ। ਪਰ ਜਦੋਂ ਤੁਸੀਂ ਕਹਿੰਦੇ ਕਿ ਸ਼ਡਿਊਲ ਕਾਸਟ ਸੀਐਮ ਜਾਂ ਸ਼ਡਿਊਲ ਜਾਂ ਦਲਿਤ ਸੀਐਮ, ਤਾਂ ਕਿਤੇ ਨਾ ਕਿਤੇ ਤੁਸੀਂ ਉਸ ਬੰਦੇ ਨੂੰ ਹਿਊਮਿਲੇਟ ਕਰ ਰਹੇ ਹੋ ਜੀ, ਹੈ ਨਾ। ਤਾਂ ਇਹ ਜਿਹੜੀ ਟੈਗਿੰਗ ਹੈ, ਮੈਨੂੰ ਲੱਗਦਾ ਕਿ ਇਹ ਖਤਮ ਹੋਣੀ ਚਾਹੀਦੀ ਹੈ। ਉਹਨਾਂ ਨੂੰ ਐਜ਼ ਇੰਡੀਵਿਜੂਅਲ ਉਹਨਾਂ ਦੀ ਜਿਹੜੀ ਅਚੀਵਮੈਂਟ ਹੈ ਉਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਵਿਦਆਊਟ ਟੈਗਿੰਗ them with a ਕਾਸਟ। ਕਿਉਂਕਿ ਤੁਸੀਂ ਇੱਕ ਦੇਖੋ, ਕੋਈ ਹੋਰ ਕਮਿਊਨਿਟੀ ਦਾ ਜਦੋਂ ਕੋਈ ਸੀਐਮ ਬਣਦਾ ਹੈ ਜਾਂ ਰਾਸ਼ਟਰਪਤੀ ਬਣਦਾ ਹੈ ਜਾਂ ਪ੍ਰਧਾਨ ਮੰਤਰੀ ਬਣਦਾ ਹੈ, ਤਾਂ ਤੁਸੀਂ ਉਹਦੇ ਨਾਲ ਪ੍ਰੀਫਿਕਸ ਕਦੇ ਨਹੀਂ ਲੱਗਦਾ ਕਿ ਬ੍ਰਾਹਮਣ ਸੀਐਮ ਜਾਂ ਬ੍ਰਾਹਮਣ ਪੀਐਮ, ਹੈ ਨਾ, ਕਿ ਦਲਿਤ ਦੇ ਨਾਲ ਹੀ ਕਿਉਂ। ਤੇ ਸ਼ਾਇਦ ਉਹ ਟੈਗਿੰਗ ਤਾਂ ਖਤਮ ਹੋਣੀ ਚਾਹੀਦੀ ਹੈ, ਇਸ ਤੋਂ ਤਾਂ ਮੈਂ ਡਿਸਐਗਰੀ ਕਰੂੰਗੀ। ਪਰ ਮੈਂ ਇਹ ਵੀ ਜ਼ਰੂਰ ਕਹਿੰਦੀ ਹਾਂ ਕਿ ਹਾਂ, ਓਪਰਚੁਨਿਟੀਜ਼ ਇਹਨਾਂ ਨੂੰ ਹੋਰ ਮਿਲਣੀਆਂ ਚਾਹੀਦੀਆਂ। ਵਾਈ ਇਟ ਟੁਕ 75 years ਟੂ ਪੰਜਾਬ ਟੂ elect or select dalit, again we are also using the same term CM, ਪਰ ਇਸ ਤੋਂ ਹੀ ਪਤਾ ਚੱਲਦਾ ਕਿ ਪੰਜਾਬ ਦੇ ਵਿੱਚ ਵੀ ਕਾਸਟਿਜ਼ਮ ਹੈ ਜੀ, ਔਰ ਕਾਫੀ ਵੱਡੇ ਲੈਵਲ ਤੇ ਵੱਡੇ ਪੈਮਾਨੇ ਤੇ ਹੈ, ਬਸ਼ਰਤੇ ਕਿ ਉਹ ਚੀਜ਼ਾਂ ਹਲੇ ਉਸ ਫਰੰਟ ਤੇ ਉਸ ਕਦਰ ਨਹੀਂ ਆਈਆਂ। ਖੈਰ, ਜਦੋਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਲੈਕਚਰ ਲੈਂਦੇ ਸਮੇਂ ਜਦੋਂ ਟੀਚ ਕਰਦੇ ਹੋ, ਫੈਮਿਨਿਜ਼ਮ ਪੜ੍ਹਾਉਂਦੇ ਹੋ ਜਾਂ ਕੋਈ ਨਾਵਲ ਪੜ੍ਹਾ ਰਹੇ ਹੋ ਉਸ ਕਿਸਮ ਦਾ, ਤਾਂ ਉੱਥੇ ਲੜਕੀਆਂ ਵੀ ਹੁੰਦੀਆਂ ਹੋਣਗੀਆਂ, ਤੇ ਉਹਨਾਂ ਦਾ ਕਿਸ ਤਰ੍ਹਾਂ ਦੀ ਕੁਐਰੀਜ਼ ਰਹਿੰਦੀਆਂ ਨੇ ਫੈਮਿਨਿਜ਼ਮ ਨੂੰ ਲੈ ਕੇ? ਕੋਈ ਕਿੱਸਾ ਸਾਂਝਾ ਕਰੋ। ਹਾਂਜੀ, ਡੈਫੀਨੇਟਲੀ। ਮੇਰਾ ਆਪਣੀ ਕਲਾਸਰੂਮ ਦੇ ਵਿੱਚ ਐਜ਼ ਏ ਫੀਮੇਲ, ਮੈਂ ਤਾਂ ਸਪੈਸ਼ਲੀ ਜਿਹੜਾ ਮੇਰਾ ਟਾਰਗੇਟ ਗਰੁੱਪ ਹੁੰਦਾ ਉਹ ਫੀਮੇਲਸ ਹੀ ਹੁੰਦੀਆਂ, ਔਰ ਮੈਂ ਕੋਸ਼ਿਸ਼ ਕਰਦੀ ਹਾਂ ਆਪਣੇ ਹਰ ਲੈਕਚਰ ਦੇ ਥਰੂ ਕਿ ਉਹਨਾਂ ਨੂੰ ਮੈਂ ਇੰਪਾਵਰ ਕਰਾਂ, ਹੈ ਨਾ। ਇੱਕ ਅਵੇਅਰਨੈਸ ਉਹਨਾਂ 'ਚ ਜ਼ਰੂਰ ਹੋਣੀ ਚਾਹੀਦੀ ਹੈ ਕਿ ਸਾਡੇ ਰਾਈਟਸ ਕੀ ਨੇ ਔਰ ਸਾਨੂੰ ਕਿਸ ਤਰ੍ਹਾਂ ਆਪਣੀ ਲਾਈਫ ਨੂੰ, ਫਿਊਚਰ ਨੂੰ ਲੈ ਕੇ ਅੱਗੇ ਹੋਰ ਕੌਨਸ਼ੀਅਸ ਹੋਣਾ ਚਾਹੀਦਾ ਹੈ। ਤੇ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦੀ ਹਾਂ ਕਿ ਐਜ਼ ਗਰਲਸ ਤੁਹਾਨੂੰ ਜ਼ਿਆਦਾ ਸਟਰਗਲ ਕਰਨਾ ਪੈਣਾ ਹੈ ਦੈਨ ਬॉयਜ਼, ਕਿਉਂਕਿ देयर विल बी सो मेनी ऑब्स्टेकल्स जी। ठीक है, तो कोई भी नॉवल फॉर एग्जांपल थाउजेंड फेसेस ऑफ नाइट ਆਪਾਂ ਉਹਦੀ ਗੱਲ ਕਰ ਰਹੇ ਸੀ ਪਹਿਲਾਂ, ਹੈ ਨਾ। ਤਾਂ ਉਹਦੇ ਵਿੱਚ ਵੀ ਜਦੋਂ ਦਿਖਾਇਆ ਗਿਆ ਕਿ ਉਹ ਜਿਹੜੀ ਪ੍ਰੋਟੈਗੋਨਿਸਟ ਹੈ ਦੇਵੀ, ਉਹ ਅਮਰੀਕਾ ਪੜ੍ਹ ਕੇ ਆਉਂਦੀ ਹੈ ਨਾ, ਪਰ ਉਹਨੂੰ ਵਾਪਸ ਆ ਕੇ ਪਤਾ ਹੈ ਕਿ ਮੇਰਾ ਆਪਣੀ ਕਮਿਊਨਿਟੀ ਦੇ ਵਿੱਚ ਹੀ ਮੈਰਿਜ ਹੋਣੀ ਹੈ, ਔਰ ਜਿਹੜਾ ਉਹਦਾ ਕਰੀਅਰ ਵੀ ਹੈ ਉਹ ਟੋਟਲੀ ਉਹਦੇ ਹਸਬੈਂਡ ਤੇ ਡਿਪੈਂਡੈਂਟ, ਅਗਰ ਅਲਾਓ ਕਰੂਗਾ ਤੇ ਕਰੂਗੀ ਜੀ, ਔਰ ਉਹ ਐਕਚੁਅਲੀ ਨਹੀਂ ਕਰਦਾ ਉਹਨੂੰ ਅਲਾਓ, ਹੈ ਨਾ। ਉਹ ਘਰ ਦੀਆਂ ਚਾਰ ਦੀਵਾਰਾਂ 'ਚ ਬੰਦ ਹੋ ਕੇ ਰਹਿ ਜਾਂਦੀ ਹੈ। ਉਹਨੂੰ ਕਹਿੰਦਾ, ਉਹ ਜਦੋਂ ਕਹਿੰਦੀ ਕਿ ਮੈਂ ਬੋਰ ਹੋ ਰਹੀ ਹਾਂ, ਤਾਂ ਉਹ ਕਹਿੰਦਾ ਤੂੰ ਘਰ ਦੀ ਸਫਾਈ ਕਰ, ਇੰਨਾ ਵੱਡਾ ਘਰ ਹੈ, देयर इज सो मच टू डू, ਵਾਈ ਵੁੱਡ ਯੂ ਵਾਂਟ ਟੂ ਵਰਕ, ਯੂ ਨੋ। ਤਾਂ ਮੈਂ ਇਹ ਕਹਿੰਦੀ ਹਾਂ ਕਿ ਤੁਹਾਨੂੰ ਅਸਰਟਿਵ ਹੋਣਾ ਪਊਗਾ ਆਪਣੇ ਹੱਕਾਂ ਦੇ ਲਈ, ਔਰ ਤੁਸੀਂ ਡੈਫੀਨੇਟਲੀ ਰੇਜ਼ ਯੋਰ ਵੌਇਸ ਜਦੋਂ ਵੀ ਕੁਝ ਇਦਾਂ ਦਾ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ, ਹੈ ਨਾ। ਐਜੂਕੇਸ਼ਨ ਤੁਸੀਂ ਪੜ੍ਹ ਤਾਂ ਰਹੇ ਹੋ, ਐਮਏ ਇੰਗਲਿਸ਼ ਕਰ ਰਹੇ ਹੋ, ਪਰ ਇਹ ਸਭ ਕੁਝ ਪੜ੍ਹ ਕੇ ਤੁਸੀਂ ਐਟ ਦ ਐਂਡ ਆਫ ਦ ਡੇ ਬਸ ਵਿਆਹ ਕਰਾ ਕੇ ਘਰੇ ਨਹੀਂ ਬੈਠਣਾ। ਯੂ ਮਸਟ ਪਰਸਿਊ ਯੋਰ ਕਰੀਅਰ। ਇਹ ਤਾਂ ਮੈਂ ਉਹਨਾਂ ਨੂੰ ਜ਼ਰੂਰ ਕਹਿੰਦੀ ਹਾਂ ਜੀ। ਜਿਵੇਂ ਤੁਸੀਂ ਇੱਕ ਗੱਲ ਕਹੀ ਕਿ ਔਰਤ ਨੂੰ ਮੈਂ ਹਮੇਸ਼ਾ ਇਹੀ ਕਹਿੰਦੀ ਹਾਂ ਜਾਂ ਫੀਮੇਲਸ ਨੂੰ ਇਹੀ ਕਹਿੰਦੀ ਹਾਂ ਕਿ ਤੁਸੀਂ ਆਪਣੇ ਕਰੀਅਰ ਨੂੰ ਅੱਗੇ ਵਧਾਓ, ਪਰ ਇਹ ਵੀ ਨਾਲ ਜ਼ਰੂਰ ਕਹਿੰਦੀ ਹਾਂ ਕਿ ਤੁਹਾਨੂੰ ਬਹੁਤ ਸਾਰੇ ਆਬਸਟੈਕਲਸ ਦਾ ਸਾਹਮਣਾ ਵੀ ਕਰਨਾ ਪਿਆ। ਬਾਗਬਾਨ ਫਿਲਮ ਦਾ ਇੱਕ ਡਾਇਲੋਗ ਹੈ ਜਦੋਂ ਹੇਮਾ ਮਾਲਿਨੀ ਆਪਣੀ ਪੋਤੀ ਨੂੰ ਬਾਹਰ ਜਾਣ ਤੋਂ ਰੋਕਦੀ ਹੈ, ਔਰ ਉਦੋਂ ਉਹ ਉਸਨੂੰ ਕਹਿੰਦੀ ਕਿ ਨਹੀਂ, ਮੈਂ ਨਵੇਂ ਜ਼ਮਾਨੇ ਦੀ ਹਾਂ ਐਂਡ ਆਈ ਕੈਨ ਡੂ ਐਨੀਥਿੰਗ, ਤੁਸੀਂ ਮੈਨੂੰ ਰੋਕ ਟੋਕ ਨਹੀਂ ਸਕਦੇ। ਤਾਂ ਉਹ ਬੜੇ ਖੂਬਸੂਰਤ ਤਰੀਕੇ ਨਾਲ ਉਹਨੂੰ ਕਹਿੰਦੀ ਹੈ ਕਿ ਨਹੀਂ, ਔਰਤ ਕੇ लिए ਜ਼ਮਾਨਾ ਕभी नहीं बदलता। ਸੋ ਇਸ ਚੀਜ਼ ਨੂੰ ਕਿੰਨਾ ਕੁ ਮੰਨਦੇ ਹੋ? That is absolutely true। ਮੈਂ ਮੰਨਦੀ ਹਾਂ ਕਿ ਇਹ ਸੱਚ ਹੈ, ਕਿਉਂਕਿ ਦੇਖੋ ਕੁਝ ਚੇਂਜਸ ਆਫ ਕੋਰਸ ਜ਼ਰੂਰ ਆਈਆਂ। ਆਪਾਂ ਇੱਥੇ ਬੈਠ ਕੇ ਗੱਲ ਕਰ ਪਾ ਰਹੇ ਹਾਂ ਨਾ, ਇਹ ਚੇਂਜ ਹੈ। ਮੈਨੂੰ ਚੇਂਜ ਮੰਨਦੀ ਹਾਂ ਕਿ ਆਪਾਂ ਐਜ਼ ਫੀਮੇਲ, ਐਜ਼ ਵੂਮਨ ਬਾਹਰ ਆ ਕੇ ਘਰਾਂ ਤੋਂ ਐਜੂਕੇਸ਼ਨ ਲੈ ਕੇ ਆਪਾਂ ਇਸ ਮਸਲੇ ਤੇ ਗੱਲ ਕਰ ਪਾ ਰਹੇ ਹਾਂ, ਇਹ ਚੇਂਜ ਹੈ, ਹੈ ਨਾ। ਪਹਿਲਾਂ ਤਾਂ ਗੱਲ ਵੀ ਨਹੀਂ ਕਰਨ ਦਿੱਤੀ ਜਾਂਦੀ ਸੀ, ਪਰ ਬਹੁਤ ਇਦਾਂ ਦੇ ਘਸੇ ਪਿਟੇ ਵਿਚਾਰ ਹੈ ਜਾਂ ਕਸਟਮਸ ਨੇ ਜਿਹੜੇ ਆਪਾਂ ਨੂੰ ਹਾਲੇ ਵੀ ਫੋਰਸ ਕੀਤਾ ਜਾਂਦਾ ਫੋਲੋ ਕਰਨ ਲਈ। ਆਈ ਨੋ ਮੇਰਾ ਬਹੁਤ ਕ੍ਰਿਟਿਸਿਜ਼ਮ ਹੋਊਗਾ ਜਦੋਂ ਮੈਂ ਇਹ ਜੋ ਗੱਲ ਕਹਿਣ ਜਾ ਰਹੀ ਹਾਂ ਕਰੂੰਗੀ ਕਿ ਇੱਕ ਕਰਵਾ ਚੌਥ ਦਾ ਵਰਤ ਹੈ ਨਾ, ਔਰ ਵਿਆਹ ਤੋਂ ਬਾਅਦ ਇੱਕ ਪਾਰਟਿਕੂਲਰ ਤਰੀਕੇ ਨਾਲ ਡਰੈਸ ਅਪ ਹੋਣਾ, ਇਹ ਸਾਰੀਆਂ ਚੀਜ਼ਾਂ ਸਾਡੇ ਤੇ ਫੋਰਸ ਕੀਤੀਆਂ ਜਾਂਦੀਆਂ ਜੀ। ਸੀ ਦੋਜ਼ ਹੂ ਵਾਂਟ ਟੂ ਫਾਸਟ ਫॉर ਕਰਵਾ ਚੌਥ, they are most welcome, they should go ahead,
ਪਰ ਉਹਨੂੰ ਆਪਣੀ ਇੱਕ ਰਿਚੁਅਲ ਦਾ ਪਾਰਟ ਬਣਾ ਕੇ ਉਹਨਾਂ ਤੇ ਇੰਪੋਜ਼ ਕਰਨਾ ਉਹ ਗਲਤ ਹੈ। ਉਹਨੂੰ ਤੁਹਾਨੂੰ ਜੱਜ ਕਰਦੇ ਆ ਲੋਕੀ ਅਗਰ ਤੁਸੀਂ ਉਹ ਚੀਜ਼ ਨਹੀਂ ਕਰਦੇ ਤਾਂ ਕਿ ਉਹ ਤੇ ਸ਼ੀ ਇਜ਼ ਨਾਟ ਅ ਗੁੱਡ ਵਾਈਫ, ਹੈ ਨਾ। ਤਾਂ ਇਦਾਂ ਦੇ ਜਿਹੜੇ ਟ੍ਰੈਡੀਸ਼ਨਸ ਨੇ ਜਿਹਦੇ ਸਿਰਫ ਔਰਤਾਂ ਤੋਂ ਹੀ ਐਕਸਪੈਕਟ ਕੀਤਾ ਜਾਂਦਾ ਵਿਆਹ ਤੋਂ ਬਾਅਦ ਕਿ ਇੱਕ ਪਾਰਟਿਕੂਲਰ ਤਰੀਕੇ ਨਾਲ ਬਿਹੇਵ ਕਰਨਾ। ਤੁਹਾਡੀ ਗੱਲ ਤੋਂ ਮੈਨੂੰ ਇੱਕ ਖੂਬਸੂਰਤ ਸ਼ੇਅਰ ਯਾਦ ਆ ਗਿਆ। ਕਿਸੇ ਨੇ ਲਿਖਿਆ ਕਿ ਇਹ ਚਾंद तू किस मजहब का है, ਇਹ ਚਾंद तू किस मजहब का है, ईद भी तेरी और करवा चौथ भी तेरा। ਸੋ ਤੁਸੀਂ ਜਿਸ ਨੂੰ ਪੁੱਛ ਕੇ ਕਰ ਰਹੇ ਹੋ ਤੇ ਕਦੇ ਉਹਨੂੰ ਈਦ ਵਾਸਤੇ ਯੂਜ਼ ਕਰਦੇ ਹੋ, ਕਦੇ ਕਰਵਾ ਚੌਥ ਵਾਸਤੇ ਯੂਜ਼ ਕਰਦੇ ਹੋ। ਸੋ ਚੰਦ ਦਾ ਆਪਣਾ ਕੋਈ ਮਜ਼ਹਬ ਨਹੀਂ ਹੈ ਜਦੋਂ ਅਸੀਂ ਉਹਨੂੰ ਪਾਰਟਿਕੂਲਰ ਕਲਚਰ ਜਾਂ ਟ੍ਰੈਡੀਸ਼ਨ ਨਾਲ ਜੋੜ ਦਿੰਦੇ ਹਾਂ। ਬਿਲਕੁਲ, ਮੈਨੂੰ ਇੱਕ ਗੱਲ ਯਾਦ ਆ ਰਹੀ ਹੈ। ਮੇਰੀ ਇੱਕ ਮੇਡ ਸੀ, ਮੇਰੇ ਘਰ ਕੰਮ ਕਰਦੀ ਸੀ, ਉਹਦਾ ਹਸਬੈਂਡ ਵਾਸ ਅ ਰਿਕਸ਼ਾ ਪੁੱਲਾ ਔਰ ਬੜਾ ਐਲਕੋਹਲਿਕ ਸੀ, ਉਹਨੂੰ ਕੁੱਟਦਾ ਵੀ ਹੁੰਦਾ ਸੀਗਾ, ਹੈ ਨਾ। तो मैं वो मेरे को रोज सुबह आके जिदा उन्हें रोना कि मेरा घर वाला ऐसे करता है, तो मैं उन्हें पूछना कि अच्छा देन व्हाई डोंट यू लीव हिम, कि अगर वो परेशान करता है तो कहती नहीं कि मैं नहीं कर सकती। पर मैं देखती सी कि करवा चौथ वेले उन्हें स्पैशली छुट्टी लेना और तैयार होना वो करना, ਮੈਨੂੰ ਇਹ ਚੀਜ਼ ਬੜੀ ਸਰਪ੍ਰਾਈਜ਼ਿੰਗ ਵੀ ਲੱਗਦੀ ਹੈ ਔਰ ਡਿਸਟਰਬਿੰਗ ਵੀ ਲੱਗਦੀ ਹੈ ਕਿ ਕਿੱਦਾਂ ਐਜ਼ ਔਮਨ ਤੁਸੀਂ ਆਪਣਾ ਸਬਜੂਗੇਸ਼ਨ ਆਪ ਐਕਸੈਪਟ ਕੀਤਾ ਹੈ। ਜੀ ਇਹ ਸਾਡੇ ਸਾਈਕੀ ਦਾ ਪਾਰਟ ਵੀ ਹੈ ਕਿਉਂਕਿ ਜਿਹੜੇ ਦਿਨ ਤਿਉਹਾਰ ਬਣੇ ਨੇ ਉਹ ਮੈਨੂੰ ਲੱਗਦਾ ਹੁੰਦਾ ਇਸ ਕਰਕੇ ਬਣੇ ਆ ਕਿ ਤੁਸੀਂ ਸਜਣਾ ਸਵਰਨਾ ਤੁਹਾਨੂੰ ਖੁਸ਼ੀ ਦਿੰਦਾ ਜਾਂ ਉਹਨਾਂ ਪਰਟੀਕੂਲਰ ਡੇਜ਼ ਨੂੰ ਤੁਸੀਂ ਪਰਟੀਕੂਲਰ ਚੀਜ਼ਾਂ ਪਰਫਾਰਮ ਕਰਦੇ ਹੋ। ਇਹ ਸਾਈਕੀ ਦਾ ਪਾਰਟ ਵੀ ਹੈ, ਇਹ ਖੁਸ਼ ਹੋਣ ਦਾ ਇੱਕ ਜ਼ਰੀਆ ਵੀ ਹੈ ਕਿਉਂਕਿ ਸਾਡੀ ਸੁਸਾਇਟੀ ਦੇ ਵਿੱਚ ਕਿਸੇ ਵਕਤ ਇੰਨੀਆਂ ਜ਼ਿਆਦਾ ਰਿਸਟ੍ਰਿਕਸ਼ਨਸ ਹੋਇਆ ਕਰਦੀਆਂ ਸੀ ਕਿ ਔਰਤ ਨੂੰ ਆਪਣਾ ਮਨ ਚਾਹਾ ਕੁਝ ਖਾਣ ਦਾ ਹੱਕ ਨਹੀਂ ਸੀ। ਇਸੇ ਕਰਕੇ ਜਦੋਂ ਹਾਲੇ ਵੀ ਸਾਡੇ ਸਮਾਜ ਦੇ ਵਿੱਚ ਔਰਤਾਂ ਪ੍ਰੈਗਨੈਂਟ ਹੁੰਦੀਆਂ ਨੇ ਤਾਂ ਉਹ ਡਿਫਰੈਂਟ ਕਿਸਮ ਦੀਆਂ ਇੱਛਾਵਾਂ ਜ਼ਾਹਿਰ ਕਰਦੀ, ਮੇਰੇ ਫਲਾਣੀ ਚੀਜ਼ ਖਾਣ ਨੂੰ ਮਨ ਕਰ ਰਿਹਾ ਹੈ ਜਾਂ ਇੱਦਾਂ। ਹਾਲਾਂਕਿ ਪ੍ਰੈਗਨੈਂਸੀ ਕੋਈ ਬਿਮਾਰੀ ਨਹੀਂ ਹੈ, ਇਹ ਖਾਲੀ ਇੱਕ ਫੇਜ਼ ਹੈ ਜੋ ਹੌਲੀ ਹੌਲੀ ਬੀਤ ਜਾਣਾ ਹੁੰਦਾ ਹੈ। ਸੋ ਉਹਨੂੰ ਕੋਈ ਹਾਰਡ ਐਂਡ ਫਾਸਟ ਉਹਦਾ ਲੈਣਾ ਕੋਈ ਮੈਨੂੰ ਲੱਗਦਾ ਹੈ ਕਿ ਇਟਸ ਵੈਰੀ ਨਾਰਮਲ ਥਿੰਗ। ਖੈਰ ਤੁਸੀਂ ਜਿਵੇਂ ਫੈਮਿਨਿਜ਼ਮ ਦੀ ਅਸੀਂ ਗੱਲ ਕਰ ਰਹੇ ਹਾਂ ਔਰ ਯਕੀਨਨ ਬਹੁਤ ਪਿਆਰੀ ਗੁਫ਼ਤਗੂ ਚੱਲ ਰਹੀ ਹੈ। ਮੈਂ ਡਰੈਸਅਪ 'ਤੇ ਆਵਾਂਗੀ, ਡਰੈਸਿੰਗ ਸੈਂਸ, ਹਾਊ ਯੂ ਹੈਵ ਟੂ ਕੈਰੀ ਯੋਰਸੈਲਫ। ਤੁਸੀਂ ਅਗਰ ਸਾੜੀ ਪਾਉਂਦੇ ਹੋ, ਤੁਸੀਂ ਸੂਟ ਪਾਉਂਦੇ ਹੋ ਜਾਂ ਤੁਸੀਂ ਵੈਸਟਰਨ ਡਰੈਸ ਵਿੱਚ ਹੋ, ਕੀ ਫੈਮਿਨਿਜ਼ਮ ਦੇ ਮਾਇਨੇ ਜਾਂ ਕੀ ਆਜ਼ਾਦੀ ਦੇ ਮਾਇਨੇ ਆਪਣੇ ਆਪ ਨੂੰ ਐਕਸਪਲੋਰ ਕਰਨ ਤੋਂ ਇਲਾਵਾ ਆਪਣੇ ਆਪ ਨੂੰ ਲੋਕਾਂ ਅੱਗੇ ਪੇਸ਼ ਕਰਨਾ ਹੈ ਜਾਂ ਸ਼ਾਲੀਨ ਤਰੀਕੇ ਦੇ ਨਾਲ ਵੀ ਤੁਸੀਂ ਆਜ਼ਾਦੀ ਨੂੰ ਮਾਣ ਸਕਦੇ ਹੋ ਜਾਂ ਜੌਬ ਨੂੰ ਮਾਣ ਸਕਦੇ ਹੋ, ਕਰੀਅਰ ਨੂੰ ਮਾਣ ਸਕਦੇ ਹੋ? ਹਾਂ, ਇਸ ਤੋਂ ਪਹਿਲਾਂ ਕਿ ਮੈਂ ਇਸ ਗੱਲ ਦਾ ਜਵਾਬ ਦੇਵਾਂ ਕਿਉਂਕਿ ਤੁਸੀਂ ਪ੍ਰੈਗਨੈਂਸੀ ਦੀ ਗੱਲ ਕਰ ਰਹੇ ਸੀ, ਮੈਨੂੰ ਲੱਗਦਾ ਉਹ ਵੀ ਇੱਕ ਇਸ਼ੂ ਹੈ ਜਿਹਦੇ 'ਤੇ ਮੈਂ ਗੱਲ ਕਰਨਾ ਚਾਹੂੰਗੀ। ਉਹ ਇਹ ਹੈ ਕਿ ਅਗਰ ਤੁਸੀਂ ਮੈਰਿਜ ਕਰਦੇ ਹੋ ਤਾਂ ਤੁਹਾਡੇ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਤੁਸੀਂ ਬੱਚਾ ਪੈਦਾ ਕਰੋ। ਅਗਰ ਤੁਸੀਂ ਨਹੀਂ ਕਰ ਪਾ ਰਹੇ ਤਾਂ ਤੁਹਾਨੂੰ ਕਿਸ ਤਰ੍ਹਾਂ ਇੱਕ ਸੁਸਾਇਟੀ ਦੇਖਦੀ ਹੈ? ਉਹ ਸਾਡੀ ਸੁਸਾਇਟੀ ਦੇ ਵਿੱਚ ਜਦੋਂ ਇੱਕ ਲੇਡੀ ਦਾ ਘਰ ਦੇ ਵਿੱਚ ਗ੍ਰਹਿ ਪ੍ਰਵੇਸ਼ ਹੁੰਦਾ ਤਾਂ ਉਹਦੀ ਗੋਦ ਵਿੱਚ ਲੜਕਾ ਬਿਠਾਉਣ ਦੀ ਰੀਤ ਹੈ ਕਿ ਉਸਨੂੰ ਕਿਹਾ ਜਾਂਦਾ ਕਿ ਯੂ ਹੈਵ ਟੂ ਪਰਫਾਰਮ ਦ ਨੈਕਸਟ ਸਟੈਪ ਇਨ ਦਿਸ ਵੇ ਲਾਈਕ ਦੈਟ। ਤੇ ਇਹ ਵੀ ਇੱਕ ਚੀਜ਼ ਹੈ ਕਿ ਚਲੋ ਉਹ ਤਾਂ ਫੀਮੇਲ ਫੀਟੀਸਾਈਡ ਤੱਕ ਬਹੁਤ ਹੀ ਵੱਡਾ ਬੜੇ ਸਾਲਾਂ ਤੋਂ ਆਪਾਂ ਸਟਰਗਲ ਕਰ ਰਹੇ ਹਾਂ ਉਹਦੇ ਖਿਲਾਫ। ਪਰ ਅਗਰ ਤੁਸੀਂ ਬੱਚਾ ਪੈਦਾ ਨਹੀਂ ਕਰ ਪਾ ਰਹੇ ਤਾਂ ਇਹ ਵੀ ਕਿਤੇ ਨਾ ਕਿਤੇ ਇੱਕ ਸਟਿਗਮਾ ਮੰਨਿਆ ਜਾਂਦਾ ਹੈ, ਇੱਕ ਔਰਤ ਦਾ ਇੱਕ ਦੋਸ਼ ਮੰਨਿਆ ਜਾਂਦਾ ਹੈ ਔਰ ਉਹਦੇ ਨਾਲ ਬਹੁਤ ਹੀ ਮਿਸਬਿਹੇਵ ਕੀਤਾ ਜਾਂਦਾ ਹੈ ਨਾ। ਇਹ ਵੀ ਇੱਕ ਇਸ਼ੂ ਹੈ। ਮੈਨੂੰ ਲੱਗਦਾ ਕਿ ਲੋਕਾਂ ਨੂੰ ਇਸ ਗੱਲ ਤੇ ਵੀ ਅਵੇਅਰ ਕਰਨਾ ਚਾਹੀਦਾ ਹੈ ਕਿ ਲੋਕੀ ਅਵੇਅਰ ਹੋਣ ਦੇ ਬਾਵਜੂਦ ਵੀ ਇਹ ਕਰਦੇ ਹਨ। ਹਾਲੇ ਵੀ ਸਾਡੇ ਸਮਾਜ ਦੇ ਵਿੱਚ ਉਹ ਪ੍ਰੈਕਟਿਸਿਸ ਨੇ ਕਿ ਅਗਰ ਮੈਂ ਕੱਲ ਹੀ ਕਿਸੇ ਦੀ ਗੱਲ ਸੁਣ ਰਹੀ ਸੀ, ਉਹਨਾਂ ਨੇ ਕਿਹਾ ਕਿ ਕਿਸੇ ਦੇ ਘਰ ਬੇਟਾ ਹੋਇਆ, ਚਲੋ ਚੰਗਾ ਹੋਇਆ ਕਿ ਬੇਟਾ ਹੋ ਗਿਆ, ਨਹੀਂ ਤਾਂ ਉਹਦੀ ਸੱਸ ਨੇ ਉਹਨੂੰ ਜਿਉਣ ਨਹੀਂ ਸੀ ਦੇਣਾ। ਸੋ ਤੁਸੀਂ ਜਦੋਂ ਲੋਕਾਂ ਦੀ ਸਾਈਕੀ ਬਾਰੇ ਸੁਣਦੇ ਹੋ ਤਾਂ ਤੁਹਾਨੂੰ ਹਾਲੇ ਵੀ ਬੜਾ ਅਜੀਬ ਫੀਲ ਹੁੰਦਾ ਹੈ। ਜੀ, ਤੇ ਤੁਹਾਡਾ ਜਿਹੜਾ ਨੈਕਸਟ ਕੁਐਸਚਨ ਸੀਗਾ ਅਬਾਊਟ ਡਰੈਸ ਅਪ, ਮੈਂ ਇਹ ਕਹਿੰਦੀ ਹਾਂ ਕਿ ਫੈਮਿਨਿਜ਼ਮ ਹੈਜ਼ ਨਥਿੰਗ ਟੂ ਡੂ ਵਿਦ ਦ ਵੇ ਯੂ ਡਰੈਸ ਅਪ। ਇਹਨਾਂ ਤਾਂ ਬਹੁਤ ਹੀ ਮੈਨੂੰ ਲੱਗਦਾ ਕਿ ਇੱਕ ਲਿਮਿਟਿਡ ਜਾਂ ਆਪਾਂ ਕਹਿ ਦਈਏ ਕਿ ਇਨ ਲੇਮੈਨਸ ਲੈਂਗੁਏਜ ਇਹਨੂੰ ਬਹੁਤ ਹੀ ਜ਼ਿਆਦਾ ਇਸ ਪੂਰੇ ਜਿਹੜੇ ਆਈਡੀਆ ਨੂੰ ਸ਼ਰਿੰਕ ਕੀਤਾ ਗਿਆ ਹੈ ਕੱਪੜਿਆਂ ਦੀ ਗੱਲ ਕਰਕੇ। ਇਹ ਤਾਂ ਕੱਪੜਿਆਂ ਬਾਰੇ ਕਨਸੈਪਟ ਫੈਮਿਨਿਜ਼ਮ ਦਾ ਹੈ ਹੀ ਨਹੀਂ ਹੈ। ਇਹ ਤਾਂ ਬਹੁਤ ਵੱਡੀ ਗੱਲ ਹੈ ਜਿਹਦੇ ਵਿੱਚ ਇਹ ਕਹਿੰਦੇ ਕਿ ਔਰਤ ਹੈ ਜਿਹੜੀ ਉਹਨੂੰ ਇੰਨੇ ਸਾਲਾਂ ਤੋਂ ਦਬਾਇਆ ਗਿਆ, ਜਿਹੜਾ ਪੈਟਰੀਆਰਕੀ ਦਾ ਜਾਂ ਜੋ ਪੈਟਰੀਆਰਕਲ ਆਈਡੀਓਲੋਜੀ ਹੈ ਉਹਦਾ ਸ਼ਿਕਾਰ ਰਹੀ ਆ ਉਹ। ਇਹ ਫੈਮਿਨਿਜ਼ਮ ਤਾਂ ਉਸ ਔਰਤ ਦੀ ਅਵੇਅਰਨੈਸ ਦੀ ਗੱਲ ਕਰਦਾ ਬੇਸਿਕਲੀ, ਹੈ ਨਾ। ਹਾਊ ਯੂ ਹੈਵ ਟੂ ਕਮ ਆਊਟ ਆਫ ਦ ਸ਼ੈਕਲਸ ਆਫ ਪੈਟਰੀਆਰਕੀ, ਹੈ ਨਾ। ਆਪਣੇ ਆਪ ਨੂੰ ਇੱਕ ਅਵੇਅਰਨੈਸ ਲੈ ਕੇ ਆਉਣੀ, ਆਪਣੀ ਇੰਡੀਵਿਜੂਅਲ ਗਰੋਥ ਬਾਰੇ ਸੋਚਣਾ, ਆਪਣੇ ਰਾਈਟਸ ਲਈ ਅਵੇਅਰ ਹੋਣਾ ਔਰ ਆਪਣੇ ਆਪ ਨੂੰ
ਇਕੁਐਲਿਟੀ ਦੀ ਪੋਜੀਸ਼ਨ ਤੇ ਲੈ ਕੇ ਆਉਣਾ। ਫੈਮਿਨਿਜ਼ਮ ਇਹ ਨਹੀਂ ਕਹਿੰਦਾ ਕਿ ਹੁਣ ਸਾਰੀ ਪਾਵਰ ਜਿਹੜੀ ਹੈਗੀ ਆ ਔਰਤਾਂ ਦੇ ਹੱਥਾਂ 'ਚ ਦੇ ਦਿਓ ਤੇ ਉਹ ਡੋਮੀਨੇਟ ਕਰਨਗੀਆਂ ਬੰਦਿਆਂ ਨੂੰ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਬਹੁਤ ਮਿਸਕਨਸੈਪਸ਼ਨ ਹੈ। ਮੇਰੇ ਕੋਲ ਇੱਕ ਸਟੂਡੈਂਟ ਆਇਆ, ਉਹ ਕਹਿੰਦਾ ਕਿ ਮੈਮ ਮੈਂ ਨਾ ਇਸ ਟੌਪਿਕ ਤੇ ਰਿਸਰਚ ਕਰਨਾ चाहना है, फेमिनिज्म बहुत हो गया, औरतें ऐसे करती है वैसे करती हैं। तो मैं उन्होंने क्या कि आर यू इवन अवेयर व्हाट इज हैपनिंग अराउंड इन आवर सोसाइटी? डू यू रियली थिंक women are so empowered that now they have started ਕਿ ਉਹਨਾਂ ਨੇ ਹੁਣ ਬੰਦਿਆਂ ਦੇ ਉੱਪਰ ਅਤਿਆਚਾਰ ਕਰਨਾ ਸ਼ੁਰੂ ਕਰਤਾ, ਔਰਤਾਂ ਇੰਨੀਆਂ ਪਾਵਰ ਇੰਨੀਆਂ ਇੰਪਾਵਰਡ ਹੋ ਗਈਆਂ? ਤੁਹਾਨੂੰ ਸੀਰੀਅਸਲੀ ਇਦਾਂ ਹੀ ਲੱਗਦਾ ਹੈ ਨਾ? ਪੰਜਾਬ 'ਚ ਦੇਖੋ ਜਾਂ ਮਤਲਬ ਮੈਂ ਕਹਿੰਦੀ ਆਲ ਓਵਰ ਇੰਡੀਆ ਦੇਖੋ, ਜਿੱਦਾਂ ਦੇ ਔਰਤਾਂ ਦੇ ਰੇਪ ਹੁੰਦੇ ਆ, ਔਰ ਜਾਂ ਜਿੱਦਾਂ ਕਰੋਨਾ ਟਾਈਮ 'ਚ ਆਪਾਂ ਦੇਖਿਆ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਕਿੰਨੇ ਵਧੇ। ਉਹ ਆਪਣੇ ਆਪ 'ਚ ਇੱਕ ਐਗਜ਼ਾਮਪਲ ਹੈ ਕਿ ਇੰਡੀਆ ਦੇ ਵਿੱਚ ਤਾਂ ਐਟਲੀਸਟ ਕੋਈ, ਮੈਨੂੰ ਨਹੀਂ ਲੱਗਦਾ ਫੈਮਿਨਿਜ਼ਮ ਹਲੇ ਇੰਨਾ ਆ ਗਿਆ ਕਿ ਆਪਾਂ ਇਹ ਕਹੀਏ ਕਿ ਹੁਣ ਤਾਂ ਆਪਾਂ ਨੂੰ ਇਸ ਤੋਂ ਅੱਗੇ ਵਧਣਾ ਚਾਹੀਦਾ ਹੈ ਨਾ। ਤੇ ਲੋਕਾਂ 'ਚ ਬਹੁਤ ਵੱਡੀ ਮਿਸਕਨਸੈਪਸ਼ਨ ਹੈ ਕਿ ਸ਼ਾਇਦ ਫੈਮਿਨਿਜ਼ਮ ਇਸ ਚੀਜ਼ ਬਾਰੇ ਹੈ ਕਿ ਔਰਤਾਂ ਨੂੰ ਜ਼ਿਆਦਾ ਅਧਿਕਾਰ ਦੇ ਦਿਓ ਜਾਂ ਬੰਦਿਆਂ ਨੂੰ ਘੱਟ ਦੇ ਦਿਓ ਜਾਂ ਔਰਤਾਂ ਬੰਦਿਆਂ ਨੂੰ ਡੋਮੀਨੇਟ ਕਰਨ ਲੱਗ ਜਾਣਗੀਆਂ। ਇਹਦਾ ਇਹ ਮਾਇਨਾ ਬਿਲਕੁਲ ਨਹੀਂ ਹੈ। ਇਕੁਐਲਿਟੀ ਦੀ ਗੱਲ ਕਰਦਾ ਹੈ। ਹਾਂ, ਇਕੁਐਲਿਟੀ ਦੀ ਗੱਲ ਕਰਦਾ ਹੈ ਫੈਮਿਨਿਜ਼ਮ, ਬੈਲੈਂਸ ਦੀ ਗੱਲ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਹਾਲੇ ਵੀ ਸਾਨੂੰ ਇਸ ਕਨਸੈਪਟ ਨੂੰ ਸਮਝਦਿਆਂ ਜਾਂ ਇੱਥੋਂ ਤੱਕ ਪਹੁੰਚਦਿਆਂ ਕੁਝ ਸਮਾਂ ਜ਼ਰੂਰ ਲੱਗੇਗਾ। ਜੀ ਸਰੋਤਿਓ, ਡਾਕਟਰ ਸਾਹਿਬ ਨੇ ਜਾਂਦੇ ਜਾਂਦੇ ਬਹੁਤ ਹੀ ਖੂਬਸੂਰਤ ਗੱਲ ਕਹੀ ਹੈ ਕਿ ਔਰਤ ਨੂੰ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਤੁਹਾਡੀ ਜੇਬ ਦੇ ਵਿੱਚ ਤੁਹਾਡੇ ਆਪਣੇ ਪੈਸੇ ਹੋਣਗੇ ਤਾਂ ਤੁਸੀਂ ਆਪਣੇ ਹਿਸਾਬ ਨਾਲ ਆਪਣਾ ਲਾਈਫ ਸਟਾਈਲ ਜੀ ਸਕਦੇ ਹੋ, ਤੁਸੀਂ ਆਪਣੇ ਸੁਪਨੇ ਖਰੀਦ ਸਕਦੇ ਹੋ, ਆਪਣੇ ਸੁਪਨਿਆਂ ਨੂੰ ਜਿਉਂ ਸਕਦੇ ਹੋ। ਸੋ ਇਹ ਬਹੁਤ ਹੀ ਵੱਡਾ ਮੈਸੇਜ ਹੈ। ਹਾਲਾਂਕਿ ਬੜੀ ਆਮ ਜੀ ਗੱਲ ਹੈ, ਪਰ ਜੇਕਰ ਇਸ ਨੂੰ ਪ੍ਰੈਕਟਿਸ ਕੀਤਾ ਜਾਵੇ ਤੇ ਲਾਈਫ ਦੇ ਵਿੱਚ ਯਕੀਨਨ ਬਹੁਤ ਜ਼ਿਆਦਾ ਸੁਧਾਰ ਲੈ ਕੇ ਆ ਸਕਦਾ ਹੈ। ਉਮੀਦ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅਗਲੀ ਮਰਤਬਾ ਫਿਰ ਤੋਂ ਕਿਸੇ ਹੋਰ ਗੈਸਟ ਦੇ ਨਾਲ ਹੋਵਾਂਗੇ ਤੁਹਾਡੇ ਰੂਬਰੂ। ਬਹੁਤ ਬਹੁਤ ਸ਼ੁਕਰੀਆ। ਮੈਨੂੰ ਗੁਰਨੀਤ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਇੱਥੇ ਖਤਮ ਕਰਨ ਦੀ। ਤੁਸੀਂ ਦੇਖਦੇ ਰਹੋ ਦਾ ਅਨਮਿਊਟ। ਧੰਨਵਾਦ।